ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਇਕਨੋਮੀ ਕੀ ਹੈ, ਇਕਨੋਮਿਕਸ ਨਾਲ ਸਾਡਾ ਕੀ ਸੰਬੰਧ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਇਕਨੋਮੀ, ਇਕਨੋਮਿਕ ਪਾਲਿਸੀ, ਇਕਨੋਮਿਕਸ ਇਹ ਸਭ ਵੱਡੀਆਂ ਵੱਡੀਆਂ ਗੱਲਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ। ਅਸੀਂ ਇਹਨਾਂ ਵੱਲ ਕੀ ਧਿਆਨ ਦੇ ਸਕਦੇ ਹਾਂ? ਇਹ ਤਾਂ ਪੜ੍ਹੇ ਲਿਖੇ ਲੋਕਾਂ ਦੀਆਂ ਔਰ ਵੱਡੇ ਵੱਡੇ ਪ੍ਰੋਫੈਸ਼ਨਲਸ ਦੀਆਂ ਗੱਲਾਂ ਨੇ। ਅਸੀਂ ਤਾਂ ਆਮ ਜ਼ਿੰਦਗੀ ਜੀਣ ਵਾਲੇ ਲੋਕ ਹਾਂ। ਰੋਜ਼ਮर्रा ਦੀ ਜ਼ਿੰਦਗੀ, ਰੋਜ਼ਮर्रा ਦੇ ਖਰਚੇ, ਇਨਕਮ, ਬੱਚਿਆਂ ਦੇ ਖਰਚੇ, ਪੜ੍ਹਾਈ ਦੇ ਖਰਚੇ, ਡਾਕਟਰ ਦੇ ਖਰਚੇ, ਕੱਪੜਿਆਂ ਦੇ ਖਰਚੇ, ਉਹ ਜੀ ਸ਼ਾਪਿੰਗ ਹੀ ਨਹੀਂ ਸਾਹ ਲੈਂਦੀ। ਲੇਡੀਜ਼ ਦੀਆਂ ਸ਼ਾਪਿੰਗਸ, ਬਜਟ ਬਿਲਕੁਲ ਆਊਟ ਆਫ ਕੰਟਰੋਲ ਹੋ ਜਾਂਦਾ ਹੈ। ਔਰ ਫੈਸਟੀਵਲ ਸੀਜ਼ਨ ਦੇ ਵਿੱਚ ਤਾਂ ਪੁੱਛੋ ਹੀ ਨਾ ਕਿੱਦਾਂ ਸਾਰੀ ਇਕਨੋਮੀ ਘਰ ਦੀ ਹਿੱਲੀ ਹੁੰਦੀ, ਬਜਟ ਹਿੱਲਿਆ ਹੁੰਦਾ। ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਪਰ ਜੇ ਅਸੀਂ ਇਕਨੋਮਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਡੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ ਔਰ ਛੋਟੀਆਂ ਛੋਟੀਆਂ ਗੱਲਾਂ ਜੁੜੀਆਂ ਹੋਈਆਂ ਨੇ। ਇੱਥੋਂ ਤੱਕ ਕਿ ਆਪਣੀ ਕਾਰ ਦੇ ਟਾਇਰ ਦੇ ਵਿੱਚ ਹਵਾ ਭਰਵਾਉਣਾ ਵੀ ਇਕਨੋਮਿਕਸ ਆ ਕਿ ਜੇ ਟਾਇਰ ਦੇ ਵਿੱਚ ਹਵਾ ਬਿਲਕੁਲ ਓਨੀ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਹੈ ਤਾਂ ਐਕਸਪਰਟਸ ਕਹਿੰਦੇ ਨੇ ਕਿ ਪੈਟਰੋਲ ਜ਼ਿਆਦਾ ਖਰਚ ਹੋਏਗਾ ਔਰ ਮਸ਼ੀਨਰੀ ਦੇ ਉੱਤੇ ਵੀ ਜ਼ਿਆਦਾ ਲੋਡ ਪਏਗਾ, ਜ਼ਿਆਦਾ ਘਸੇਗੀ ਔਰ ਕਾਰ ਦੇ ਇੰਜਨ ਦੀ ਲਾਈਫ ਘਟੇਗੀ। ਇਸ ਕਰਕੇ ਕਾਰ ਦੇ ਟਾਇਰ ਦੇ ਵਿੱਚ ਹਵਾ ਭਰਵਾਉਣਾ ਵੀ ਇਕਨੋਮਿਕਸ ਹੈ। ਯਾਨੀ ਕਿ ਅਸੀਂ ਜਦੋਂ ਸਵੇਰੇ ਉੱਠਦੇ ਹਾਂ, ਬਰਸ਼ ਕਰਦੇ ਹਾਂ, ਇਕਨੋਮਿਕਸ ਸ਼ੁਰੂ ਹੋ ਗਈ ਕਿਉਂਕਿ ਅਸੀਂ ਜਿਹੜੀ ਪੇਸਟ ਖਰੀਦੀ ਹੈ, ਬਰਸ਼ ਖਰੀਦਿਆ, ਉਹਦੇ ਉੱਤੇ ਟੈਕਸ ਪੇ ਕੀਤਾ, ਉਹਦੀ ਕੀਮਤ ਅਦਾ ਕੀਤੀ ਹੈ। ਸੋ ਇਕਨੋਮਿਕਸ ਨੂੰ ਕਿੱਦਾਂ ਜ਼ਿੰਦਗੀ ਦੇ ਵਿੱਚ ਅਸੀਂ ਸਮਝ ਸਕਦੇ ਹਾਂ ਔਰ ਆਪਣੇ ਖਰਚੇ, ਆਪਣੀ ਆਮਦਨ ਕਿੱਦਾਂ ਅਸੀਂ ਬੈਲੈਂਸ ਕਰ ਸਕਦੇ ਹਾਂ, ਕਿੱਦਾਂ ਮੇਨਟੇਨ ਕਰ ਸਕਦੇ ਹਾਂ, ਇਹ ਜਾਣਨਾ ਜ਼ਰੂਰੀ ਹੁੰਦਾ ਹੈ। ਔਰ ਇਸੇ ਆਧਾਰ ਦੇ ਉੱਤੇ ਹੀ ਦੇਸ਼, ਵੱਡੇ ਵੱਡੇ ਐਕਸਪਰਟਸ, ਫਾਈਨੈਂਸ਼ੀਅਲ ਐਕਸਪਰਟਸ ਆਪਣੀ ਫਾਈਨੈਂਸ ਨੂੰ ਕੰਟਰੋਲ ਕਰਦੇ ਨੇ, ਬੈਲੈਂਸ ਕਰਦੇ ਨੇ। ਪੂਰੀ ਦੁਨੀਆ ਦੇ ਵਿੱਚ ਘਰ ਦੇ ਟੁੱਥਪੇਸਟ ਤੋਂ ਸ਼ੁਰੂ ਹੋਣ ਵਾਲੀ ਇਕਨੋਮਿਕਸ, ਘਰ ਦੇ ਖਰਚਿਆਂ ਤੋਂ, ਘਰ ਦੇ ਬਜਟ ਤੋਂ ਸ਼ੁਰੂ ਹੋਣ ਵਾਲੀ ਇਕਨੋਮਿਕਸ ਸਾਰੀ ਦੁਨੀਆ ਦੀ ਸਟਾਕ ਮਾਰਕੀਟ, ਸ਼ੇਅਰ ਮਾਰਕੀਟ ਇਕਨੋਮੀ ਬਣ ਜਾਂਦੀ ਹੈ। ਇਸ ਕਰਕੇ ਸਾਨੂੰ ਇਕਨੋਮਿਕਸ ਜਾਣਨਾ ਜ਼ਰੂਰੀ ਹੈ। ਸੋ ਅਸੀਂ US ਦੀ ਇਕਨੋਮੀ ਬਾਰੇ ਵੀ ਗੱਲਬਾਤ ਕਰਾਂਗੇ ਤੇ ਆਪਣੀ ਜ਼ਿੰਦਗੀ ਦੀ ਇਕਨੋਮੀ ਬਾਰੇ ਵੀ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਇਕਨੋਮਿਸਟ ਰਾਜੀਵ ਖੋਸਲਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਖੰਨਾ ਸਾਹਿਬ। ਸੋ ਅੱਜ ਬਹੁਤ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਅਸੀਂ ਇਹ ਜਾਣਾਂਗੇ ਕਿ ਰਾਜੀਵ ਜੀ ਸਭ ਨੂੰ ਤਾਂ ਦੱਸਦੇ ਨੇ ਇਕਨੋਮੀ ਔਰ ਇਕਨੋਮਿਕਸ ਔਰ ਕਿੱਦਾਂ ਬੈਲੈਂਸ ਰੱਖਣਾ ਹੈ ਆਪਣੀ ਆਮਦਨ ਤੇ ਆਪਣੇ ਖਰਚੇ ਨੂੰ। ਇਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਇਕਨੋਮੀ ਨੂੰ ਕਿੱਦਾਂ ਕੰਟਰੋਲ ਕਰਦੇ ਨੇ, ਘਰ ਦੇ ਵਿੱਚ ਜਿਹੜੀਆਂ ਸ਼ਾਪਿੰਗਸ ਹੁੰਦੀਆਂ ਨੇ ਉਹ ਕਿੱਦਾਂ ਕੰਟਰੋਲ ਕਰਦੇ ਨੇ। ਕਿ ਕਿਤੇ ਇਹ ਵੀ ਤਾਂ ਨਹੀਂ ਕਹਿੰਦੇ ਕਿ ਯਾਰ ਬਜਟ ਬਹੁਤ ਆਊਟ ਆਫ ਕੰਟਰੋਲ ਹੋ ਗਿਆ, ਮੇਰੀ ਜੇਬ ਦੇ ਉੱਤੇ ਬਹੁਤ ਲੋਡ ਹੋ ਗਿਆ, ਇਸ ਵਾਰ ਤੋਂ ਪੈਸਾ ਬਚਿਆ ਹੀ ਨਹੀਂ, ਸੇਵਿੰਗ ਹੀ ਨਹੀਂ ਹੋਈ, ਹੁਣ ਫਰਦਰ ਇਨਵੈਸਟਮੈਂਟ ਕਿੱਦਾਂ ਕਰਾਂਗਾ? ਕਿਉਂਕਿ ਸੇਵਿੰਗ ਦੇ ਵਿੱਚੋਂ ਇਨਵੈਸਟਮੈਂਟ ਕੀਤੀ ਜਾਂਦੀ ਆ, ਅਸੀਂ ਸਾਰੇ ਜਾਣਦੇ ਹਾਂ। ਸੋ ਆਪਣੀ ਜ਼ਿੰਦਗੀ ਦੀ ਇਕਨੋਮੀ ਜਾਣਨ ਤੋਂ ਪਹਿਲਾਂ ਥੋੜ੍ਹਾ ਬਹੁਤ ਅਸੀਂ US ਦੀ ਇਕਨੋਮੀ ਬਾਰੇ ਗੱਲਬਾਤ ਕਰ ਲਈਏ। ਕੀ ਹਾਲ ਚਾਲ ਹੈ ਫਿਰ ਅਮਰੀਕਾ ਦੀ ਇਕਨੋਮੀ ਦਾ, ਰਾਜੀਵ ਜੀ? ਦੇਖੋ, ਇਸ ਵਾਰੀ ਬੜੀਆਂ ਸਰ ਅਮਰੀਕਾ ਦੇ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਗਤੀਵਿਧੀਆਂ ਇਦਾਂ ਦੀਆਂ ਹੋਈਆਂ ਜਿਹੜੀਆਂ ਫਾਰ ਰੀਚਿੰਗ ਜਿਸ ਦੇ ਇਫੈਕਟਸ ਹੋਣਗੇ। ਇਹਦਾ ਜਿਹੜਾ ਇਫੈਕਟ ਹੋਣ ਵਾਲਾ ਹੈ, ਜੋ ਕੁਝ ਵੀ ਹੋਇਆ ਆਪਾਂ ਉਹਦੇ ਬਾਰੇ ਹੁਣੇ ਵਿਦਿਨ 30 ਸੈਕਿੰਡਸ ਚਰਚਾ ਕਰਦੇ ਹਾਂ। ਪਰ ਇਹਦਾ ਇੰਪੈਕਟ ਜਿਹੜਾ ਹੋਏਗਾ ਉਹ ਬਹੁਤ ਲੰਬੇ ਸਮੇਂ ਦੌਰਾਨ ਸਾਨੂੰ ਉਹਦੇ ਇਫੈਕਟ ਦੇਖਣ ਨੂੰ ਮਿਲਣਗੇ। ਪਹਿਲੀ ਚੀਜ਼ ਤਾਂ ਹੋਈ ਹੈ ਵੀ ਮੂਡੀਜ਼ ਜਿਹੜੀ ਇੱਕ ਸੰਸਥਾ ਹੈ, ਉਹਨੇ ਰੇਟਿੰਗ ਏਜੰਸੀ ਹੈ, ਉਹਨੇ ਕਿਹਾ ਵੀ ਅਮਰੀਕਾ ਦੀ ਜਿਹੜੀ ਗਰੋਥ ਹੈ, ਆਊਟਲੁੱਕ ਹੈ, ਅਮਰੀਕਾ ਦਾ ਜਿਹੜਾ ਆਊਟਲੁੱਕ ਹੈ, ਹਰ ਇਕਨੋਮੀ ਦਾ ਇੱਕ ਆਊਟਲੁੱਕ ਹੁੰਦਾ ਹੈ, ਉਹ ਕਹਿੰਦਾ ਵੀ ਇਹਨੂੰ ਉਹਨਾਂ ਨੇ ਸਟੇਬਲ ਤੋਂ ਨੈਗੇਟਿਵ ਕਰਤਾ। ਉਹ ਕਿਉਂ ਕੀਤਾ? ਉਹ ਕਹਿੰਦਾ ਹੈ ਮੂਡੀਜ਼ ਕਿ ਅਮਰੀਕਾ ਦੀ ਆਊਟਲੁੱਕ ਨੈਗੇਟਿਵ ਹੋਣ ਦੇ ਪਿੱਛੇ ਅਮਰੀਕਾ ਦਾ ਜਿਹੜਾ ਕਰਜ਼ਾ ਹੈ, ਬੇਤਹਾਸ਼ਾ ਕਰਜ਼ਾ ਜਿਹੜਾ ਹੈ, ਉਹ ਜ਼ਿੰਮੇਵਾਰ ਹੈ। ਸਰਕਾਰ ਨੇ ਬਹੁਤ ਵੱਡੇ ਕਰਜ਼ੇ ਚੁੱਕੇ ਹੋਏ ਨੇ, ਅਮਰੀਕਾ ਦੀ ਸਰਕਾਰ ਨੇ। ਹਰ 3 ਮਹੀਨੇ ਬਾਅਦ ਅਸੀਂ ਦੇਖ ਰਹੇ ਹਾਂ ਲਗਾਤਾਰ ਡਿਫਾਲਟ ਦਾ ਖਤਰਾ ਸਾਹਮਣੇ ਆ ਜਾਂਦਾ ਹੈ। ਬਈ ਏਦਾਂ ਨਹੀਂ ਹੈ ਕਿ ਅਮਰੀਕਾ ਦਾ ਹਾਲਾਂਕਿ ਪੂਰਾ ਸਿੱਕਾ ਚੱਲਦਾ, ਅਮਰੀਕਾ ਡਿਫਾਲਟ ਕਰ ਵੀ ਜਾਏ ਤਾਂ ਵੀ ਕੋਈ ਏਡੀ ਗੱਲ ਨਹੀਂ ਹੈਗੀ। ਅਮਰੀਕਾ ਦੇ ਕੋਲ ਸਾਰਾ ਡਾਲਰ ਚੱਲਦਾ ਹੈਗਾ ਪੂਰੀ ਦੁਨੀਆ ਦੇ ਵਿੱਚ। ਪਰ ਇੱਕ ਸੋਸ਼ਲ ਸਟਿਗਮਾ ਹੈ, ਉਹ ਇੱਕ ਬਲੌਟ ਲੱਗ ਜਾਏਗਾ ਅਮਰੀਕਾ ਦੇ ਉੱਤੇ, ਇੱਕ ਦਾਗ ਲੱਗ ਜਾਏਗਾ ਕਿ ਬਾਈਡਨ ਦੀ ਸਰਕਾਰ ਦੇ ਵੇਲੇ ਅਮਰੀਕਾ ਨੇ ਡਿਫਾਲਟ ਕੀਤਾ। ਡਿਫਾਲਟ ਦਾ ਮਤਲਬ ਹੈ ਆਪਣੀ ਕਰਜ਼ ਅਦਾਇਗੀ ਜਿਹੜੀ ਹੈ ਉਹ ਟਾਈਮ ਸਿਰ ਨਹੀਂ ਪੂਰੀ ਕਰ ਸਕੇ। ਤਾਂ ਇਹਨਾਂ ਦੇ ਖਰਚੇ ਬੇਤਹਾਸ਼ਾ ਨੇ, ਇਸ ਕਰਕੇ ਉਹਨੇ ਮੂਡੀਜ਼ ਨੇ ਇਹਨਾਂ ਨੂੰ ਸਟੇਬਲ ਤੋਂ ਨੈਗੇਟਿਵ ਆਊਟਲੁੱਕ ਦਿੱਤੀ ਹੈ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਵੀ
ਜਿਹੜਾ ਜਰੋਮ ਪਾਵਲ ਨੇ ਯੂਐਸ ਫੈਡ ਨੇ ਐਤਕੀ ਵਿਆਜ ਨਹੀਂ ਵਧਾਏ, ਜਿਹਦੇ ਨਾਲ ਪੂਰਾ ਵਿਸ਼ਵ ਜਿਹੜਾ ਹੈਗਾ ਉਹ ਬੜਾ ਖੁਸ਼ ਹੈ। ਮਾਰਕੀਟਸ ਜਿਹੜੀਆਂ ਨੇ ਦੇ ਆਰ ਥ੍ਰਾਈਵਿੰਗ, ਖਾਸ ਕਰਕੇ ਜਿਹੜੀ ਅਸੀਂ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਦੇਖਦੇ ਹਾਂ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਹੁਣ ਸ਼ਾਇਦ ਜਿਹੜਾ ਉੱਚੀਆਂ ਵਿਆਜ ਦਰਾਂ ਦਾ ਜਿਹੜਾ ਦੌਰ ਹੈ ਉਹ ਸ਼ਾਇਦ ਹੁਣ ਖਤਮ ਹੋਣ ਵਾਲਾ ਹੈ। ਲੋਕਾਂ ਨੂੰ ਕਿਤੇ ਨਾ ਕਿਤੇ ਹੁਣ ਸਸਤੀਆਂ ਦਰਾਂ ਦੇ ਉੱਤੇ ਕਰਜ਼ੇ ਮੁਹੱਈਆ ਕੀਤੇ ਜਾਣਗੇ, ਖਾਸ ਕਰਕੇ ਕਿਉਂਕਿ ਸਟਾਕ ਮਾਰਕੀਟ ਕੰਪਨੀਆਂ ਦੇ ਨਾਲ ਰਿਲੇਟਡ, ਕੰਪਨੀਆਂ ਨੂੰ ਸਸਤੇ ਕਰਜ਼ੇ ਮਿਲ ਜਾਣਗੇ, ਮੁੜ ਕੇ ਗਰੋਥ ਵਾਲਾ ਚੱਕਰ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਏਗਾ। ਇਹ ਦੂਸਰੀ ਗਤੀਵਿਧੀ ਹੈ, ਇਹਦੇ ਇਫੈਕਟਸ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਗੇ। ਤੀਸਰੀ ਜਿਹੜੀ ਗੱਲ ਹੋਈ ਹੈ ਉਹ ਹੋਈ ਹੈ ਜਿਹੜੇ ਚੀਨ ਦੇ ਰਾਸ਼ਟਰਪਤੀ ਨੇ ਜ਼ੀ ਜਿਨਪਿੰਗ, ਉਹ ਅਮਰੀਕਾ ਦਾ ਦੌਰਾ ਕਰਕੇ ਆਏ ਨੇ। ਭਾਵੇਂ ਦੋਨੋਂ ਮੁਲਕਾਂ ਦੀ ਕੰਪਲਸ਼ਨ ਸੀ, ਦੋਨੋਂ ਮੁਲਕਾਂ ਦੇ ਵਿੱਚ ਪ੍ਰੋਬਲਮਸ ਇਦਾਂ ਦੀਆਂ, ਦੋਨੋਂ ਰਾਸ਼ਟਰਪਤੀ ਜਿਹੜੇ ਨੇ, ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦੀ ਆਪਣੇ ਪੱਖ ਦੇ ਉੱਤੇ ਸਮੱਸਿਆਵਾਂ ਨੇ, ਤੇ ਜਿਹੜੇ ਚੀਨ ਦੇ ਰਾਸ਼ਟਰਪਤੀ ਨੇ ਇਹਨਾਂ ਦੀਆਂ ਆਪਣੇ ਐਂਡ ਦੇ ਉੱਤੇ ਪ੍ਰੋਬਲਮਸ ਹੈਗੀਆਂ ਨੇ। ਜਦੋਂ ਅਸੀਂ ਚਾਈਨਾ ਦੀ ਗੱਲ ਕਰਦੇ ਹਾਂ ਤਾਂ ਚਾਈਨਾ ਇਸ ਵੇਲੇ ਇੱਕ ਰਿਸੈਸ਼ਨਰੀ ਫੇਜ਼ ਦੇ ਵਿੱਚੋਂ ਨਿਕਲ ਰਿਹਾ, ਇਹਨਾਂ ਦਾ ਯੂਆਨ ਥੱਲੇ ਆਇਆ ਹੋਇਆ ਹੈਗਾ, ਐਕਸਪੋਰਟ ਵੱਧ ਨਹੀਂ ਰਹੇ, ਰੀਅਲ ਏਸਟੇਟ ਸੈਕਟਰ ਜਿਹੜਾ ਹੈ ਉਹ ਕ੍ਰੈਸ਼ ਕਰ ਚੁੱਕਾ ਹੈਗਾ ਚਾਈਨਾ ਦੇ ਵਿੱਚ। ਸੋ ਚਾਈਨਾ ਨੂੰ ਇੱਕ ਇਦਾਂ ਦਾ ਸਪੋਰਟ ਚਾਹੀਦੀ ਹੈ, ਉਹ ਲੜਾਈ ਮੁੱਲ ਨਹੀਂ ਲੈ ਸਕਦਾ ਕਿਸੇ ਦੇ ਨਾਲ ਵੀ। ਤਾਂ ਚਾਈਨਾ ਜਿਹੜਾ ਹੈ ਇਨਡਾਇਰੈਕਟਲੀ ਜੋ ਮਰਜ਼ੀ ਕਰਦੇ ਰਹਿਣ, ਅਟੈਕਸ ਹੁੰਦੇ ਰਹਿਣ ਪੋਲੀਟੀਕਲੀ, ਪਰ ਇਕਨੋਮਿਕਲੀ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਵੀ ਅਮਰੀਕਾ ਔਰ ਚਾਈਨਾ ਜਿਹੜੇ ਨੇ ਇਕਨੋਮਿਕਲੀ ਇੱਕ ਦੂਜੇ ਦੇ ਉੱਤੇ ਬਹੁਤ ਵੱਡੇ ਤੌਰ ਦੇ ਉੱਤੇ ਨਿਰਭਰ ਨੇ। ਇਹ ਅਟੈਕ ਨਹੀਂ ਕਰ ਸਕਦੇ, ਡਾਇਰੈਕਟ ਵਾਰ ਦੇ ਵਿੱਚ ਨਹੀਂ ਉਤਰ ਸਕਦੇ। ਇਸੇ ਤਰੀਕੇ ਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਹੈ, ਅਮਰੀਕਾ ਦਾ ਮੈਂ ਤੁਹਾਨੂੰ ਦੱਸਿਆ ਵੀ ਕਰਜ਼ਾ ਬਹੁਤ ਵੱਧ ਚੁੱਕਾ ਹੈਗਾ। ਅਗਲੇ ਸਾਲ ਅਮਰੀਕਾ ਦੇ ਵਿੱਚ ਇਲੈਕਸ਼ਨਸ ਜਿਹੜੀਆਂ ਨੇ ਡਿਊ ਨੇ, ਤੇ ਜੇ ਤੀਸਰੀ ਲੜਾਈ ਲੱਗ ਜਾਂਦੀ ਹੈ, ਆਲਰੇਡੀ ਸਾਡੇ ਕੋਲ ਰਸ਼ੀਆ ਯੂਕਰੇਨ ਦੀ ਜੰਗ ਲੱਗੀ ਹੋਈ ਹੈ, ਇਜ਼ਰਾਈਲ ਤੇ ਹਮਾਸ ਫਲਸਤੀਨ ਦੀ ਜੰਗ ਜਿਹੜੀ ਹੈ ਉੱਥੇ ਜਾਰੀ ਹੈ, ਤੇ ਹੁਣ ਜੇ ਕਿਤੇ ਚੀਨ ਜਿਹੜਾ ਹੈ ਤਾਈਵਾਨ ਦੇ ਨਾਲ ਰੌਲਾ ਪਾ ਕੇ ਬੈਠ ਜਾਏ, ਉੱਥੇ ਕੋਈ ਲੜਾਈ ਲਾ ਕੇ ਬੈਠ ਜਾਏ, ਤਾਂ ਅਮਰੀਕਾ ਉੱਥੇ ਪੈਸਾ ਨਹੀਂ ਦੇ ਸਕੇਗਾ, ਤਾਈਵਾਨ ਦੀ ਫੰਡਿੰਗ ਨਹੀਂ ਕਰ ਸਕੇਗਾ, ਕਿਉਂਕਿ ਅਮਰੀਕਾ ਦੇ ਕੋਲ ਆਪਣਾ ਡੈਟ ਕ੍ਰਾਈਸਿਸ ਚੱਲ ਰਿਹਾ। ਫਿਰ ਉਹ ਲੋਕਾਂ ਦੇ ਲਈ ਵੀ, ਉੱਥੇ ਦੇ ਜਿਹੜੇ ਵੋਟਰ ਨੇ ਅਮਰੀਕਾ ਦੇ, ਉਹ ਵੀ ਇਸ ਚੀਜ਼ ਨੂੰ ਕਿਸੇ ਅੱਛੇ ਤਰੀਕੇ ਦੇ ਨਾਲ ਨਹੀਂ ਲੈਣਗੇ। ਇਹ ਤੀਸਰੀ ਚੀਜ਼ ਸੀਗੀ। ਤਾਂ ਉੱਥੇ ਫੈਂਟਾਨਿਲ ਇੱਕ ਡਰੱਗ ਹੈਗੀ ਹੈ ਜੀ, ਜਿਹਨੂੰ ਖਾ ਕੇ ਅਮਰੀਕਾ ਦੇ ਵਿੱਚ ਪਿਛਲੇ 1.5 ਸਾਲ ਦੌਰਾਨ 70,000 ਲੋਕਾਂ ਦੀ ਮੌਤ ਹੋਈ ਹੈ। ਇਹ ਫੈਂਟਾਨਿਲ ਜਿਹੜਾ ਇੰਟੌਕਸੀਕੈਂਟ ਹੈ, ਡਰੱਗ ਹੈ, ਇਹਦਾ ਜਿਹੜਾ ਰਾ ਮਟੀਰੀਅਲ ਬਣਦਾ ਹੈ, ਇਹ ਬਣਦਾ ਚੀਨ ਦੇ ਵਿੱਚੋਂ ਦੀ। ਤਾਂ ਦੋਨੋਂ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਕਿ ਫੈਂਟਾਨਿਲ ਜਿਹੜੀ ਹੈ ਉਹ ਸਪੋਰਟ ਨਹੀਂ, ਉਹਦੀ ਪੈਦਾਵਾਰ ਜਿਹੜੀ ਹੈ ਚੀਨ ਜਿਹੜਾ ਹੈ ਨਹੀਂ ਕਰਕੇ ਦੇਗਾ। ਇਸੇ ਤਰੀਕੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਦੋਨੋਂ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਸਬੰਧ ਬਣੇ ਨੇ, ਐਗਰੀਮੈਂਟਸ ਹੋਏ ਨੇ। ਤੀਸਰਾ ਜਿਹੜਾ ਉਹ ਐਗਰੀਮੈਂਟ ਹੋਇਆ ਜੀ, ਉਹ ਹੋਇਆ ਹੈਗਾ ਲੈ ਕੇ ਡਿਫੈਂਸ ਸੈਕਟਰ ਦੇ ਵਿੱਚ, ਕਿ ਆਪਸ ਦੇ ਵਿੱਚ ਦੋਨੋਂ ਮੁਲਕਾਂ ਦੀ ਕਮਿਊਨੀਕੇਸ਼ਨ ਖੁੱਲੇਗੀ ਡਿਫੈਂਸ ਦੀ। ਚਲੋ, ਇਟਸ ਬੈਟਰ ਕਿ ਕਾਫੀ ਦੇਰ ਤੋਂ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸੀ। ਸੋ ਸ਼ੀ ਜਿਨਪਿੰਗ ਆਏ ਨੇ ਔਰ ਜੋ ਬਾਈਡਨ ਸਾਹਿਬ ਨਾਲ ਮਿਲੇ ਨੇ, ਔਰ ਮਿਲ ਕੇ ਜੋ ਗਿਲੇ ਸ਼ਿਕਵੇ ਸੀ ਦੂਰ ਹੋਏ, ਗਲਤਫਹਿਮੀਆਂ ਦੂਰ ਹੋਈਆਂ, ਔਰ ਫਿਰ ਤੋਂ ਬਿਜ਼ਨਸ ਨੂੰ ਹੁਲਾਰਾ ਮਿਲਿਆ। ਔਰ ਪੂਰੀ ਦੁਨੀਆ ਦੇ ਵਿੱਚ ਵੀ ਜੰਗ ਨਹੀਂ ਹੋਣੀ ਚਾਹੀਦੀ, ਜੰਗਾਂ ਦੇ ਬਦਲੇ ਸ਼ਾਂਤੀ ਹੋਣੀ ਚਾਹੀਦੀ ਹੈ, ਜੋ ਕਿ ਸ਼ਾਂਤੀ ਦੇ ਵਿੱਚ ਹੀ ਤਰੱਕੀ ਮਿਲਦੀ ਹੈ, ਸ਼ਾਂਤੀ ਦੇ ਵਿੱਚ ਹੀ ਤਰੱਕੀ ਹੁੰਦੀ ਹੈ। ਸੋ ਘਰ ਦੀ ਸ਼ਾਂਤੀ ਦੀ ਹੁਣ ਆਪਾਂ ਗੱਲ ਕਰਦੇ ਹਾਂ। ਜਾਣਨਾ ਜ਼ਰੂਰੀ ਹੈ ਕਿ ਇਕਨੋਮਿਕਸ ਚੀਜ਼ ਕੀ ਹੈ ਰਾਜੀਵ ਜੀ, ਤਾਂ ਕਿ ਘਰ ਦੇ ਵਿੱਚ ਸ਼ਾਂਤੀ ਬਰਕਰਾਰ ਹੋ ਜਾਵੇ, ਭਾਵੇਂ ਉਹਦਾ ਕਾਰਨ ਇਕਨੋਮਿਕਸ ਹੀ ਕਿਉਂ ਨਾ ਬਣੇ, ਕਿਉਂਕਿ ਇੱਕ ਅੱਛਾ ਸਾਈਨ ਹੋਏਗਾ ਜੇ ਇਕਨੋਮੀ ਅਸੀਂ ਘਰ ਦੀ ਕੰਟਰੋਲ ਕਰ ਲਈਏ। ਸੋ ਇਕਨੋਮਿਕਸ ਚੀਜ਼ ਕੀ ਹੁੰਦੀ ਜਿਹੜੀ ਹਰ ਇਨਸਾਨ ਨੂੰ, ਹਰ ਆਮ ਬੰਦੇ ਨੂੰ ਸਮਝਣੀ ਚਾਹੀਦੀ? ਖੰਨਾ ਸਾਹਿਬ, ਜਿਹੜਾ ਇਕਨੋਮਿਕਸ ਹੈ, ਅਰਥਚਾਰਾ, ਆਰਥਿਕਤਾ ਜਾਂ ਆਰਥਿਕ ਨੀਤੀਆਂ, ਜਿਹਦਾ ਉਚਾਰਨ ਤੁਸੀਂ ਪਹਿਲੋਂ ਗੱਲ ਕੀਤੀ ਹੈ। ਇਕਨੋਮਿਕਸ ਜਿਹੜੀ ਹੈਗੀ ਹੈ, ਇਹ ਵਰਡ ਉਦੋਂ ਆਉਂਦਾ ਹੈ ਜਦੋਂ ਸਾਡੇ ਕੋਲ ਕੋਈ ਚੁਆਇਸ ਕਰਨੀ ਪੈ ਜਾਂਦੀ ਹੈ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੁਆਇਸ ਕਰਨੀਆਂ ਪੈਂਦੀਆਂ। ਮੈਂ ਹੁਣੇ ਉਦਾਹਰਨ ਦੇ ਨਾਲ ਆਪਣੀ ਗੱਲ ਨੂੰ ਪੁਖਤਾ ਕਰਾਂਗਾ। ਹਰ ਬੰਦਾ, ਈਵਨ ਸਰਕਾਰਾਂ, ਕਾਰਪੋਰੇਟ ਸੈਕਟਰ, ਹਰੇਕ ਬੰਦੇ ਨੂੰ ਕਿਤੇ ਨਾ ਕਿਤੇ ਚੁਆਇਸ ਕਰਨੀ ਪੈਂਦੀ। ਉਹ ਕਿਉਂ ਕਰਨੀ ਪੈਂਦੀ ਹੈ? ਕਿਉਂਕਿ ਸਾਡੇ ਕੋਲ ਜਿਹੜੇ ਰਿਸੋਰਸਿਸ ਨੇ, ਸੰਸਾਧਨ ਜਿਹੜੇ ਨੇ, ਉਹ ਚੀਜ਼ਾਂ ਦੇ ਘੱਟ ਨੇ ਜੀ। ਔਰ ਜਦਕਿ ਸਾਡੀਆਂ ਜਿਹੜੀਆਂ ਡਿਜ਼ਾਇਰਸ ਨੇ, ਸਾਡੀਆਂ ਵਾਂਟਸ, ਜਿਹੜੀਆਂ ਇੱਛਾਵਾਂ ਨੇ, ਉਹ ਬੇਤਹਾਸ਼ਾ ਨੇ। ਉਹ ਉਹਨਾਂ ਲਿਮਿਟਿਡ ਚੀਜ਼ਾਂ ਦੇ ਨਾਲ, ਅਸੀਂ ਉਹਨਾਂ ਲਿਮਿਟਿਡ ਸੰਸਾਧਨਾਂ ਦੇ ਨਾਲ ਕਿਸ ਤਰੀਕੇ ਨਾਲ ਆਪਣੀਆਂ ਇੱਛਾਵਾਂ ਜਿਹੜੀਆਂ ਨੇ ਪੂਰੀਆਂ ਕਰਨੀਆਂ, ਕਿਹੜੀ ਚੀਜ਼ ਨੂੰ ਲੈਣਾ, ਕਿਹੜੀ ਚੀਜ਼ ਨੂੰ ਛੱਡਣਾ,
ਉਸ ਚੀਜ਼ ਨੂੰ ਕਹਿੰਦੇ, ਉੱਥੇ ਇਕਨੋਮਿਕਸ ਆਉਂਦੀ ਹੈ। ਜਦੋਂ ਵੀ ਕਿਤੇ ਚੋਇਸ ਆ ਜਾਂਦੀ ਹੈ, ਸਕਰਸਿਟੀ ਆ ਜਾਂਦੀ, ਸ਼ਾਰਟੇਜ ਆ ਜਾਂਦੀ ਹੈ, ਜਦੋਂ ਸ਼ਾਰਟੇਜ ਹੋਊਗੀ, ਲਿਮਿਟ ਹੋ ਗਈ ਕਿਸੇ ਚੀਜ਼ ਦੀ, ਸਾਨੂੰ ਇਹ ਦੇਖਣਾ ਪੈਂਦਾ ਹੁਣ ਕਿੱਥੇ ਮੈਂ ਆਪਣੇ ਪੈਸੇ ਲਾਵਾਂ, ਕਿੱਥੇ ਮੈਂ ਆਪਣਾ ਟਾਈਮ ਦਾ ਉਪਯੋਗ ਕਰਾਂ, ਕਿਹੜੀ ਚੀਜ਼ ਨੂੰ ਮੈਂ ਛੱਡਣਾ ਤੇ ਕਿਹੜੀ ਚੀਜ਼ ਨੂੰ ਲੈਣਾ। ਹੁਣ ਮੈਂ ਉਦਾਹਰਨ ਦੇ ਤੌਰ ਤੇ ਕਹਿੰਦਾ ਜੀ, ਮੇਰੇ ਕੋਲ, ਮੈਂ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਜੀ, ਉਸ ਜਗ੍ਹਾ ਤੇ ਜਾਣ ਦੇ ਲਈ ਮੇਰੇ ਕੋਲ ਜਹਾਜ਼ ਵੀ ਮੌਜੂਦ ਹੈ, ਮੇਰੇ ਕੋਲ ਪ੍ਰਾਈਵੇਟ ਵਹੀਕਲ ਟ੍ਰੇਨ ਵੀ ਮੌਜੂਦ ਹੈ। ਮੈਂ ਇਹ ਦੇਖਣਾ ਇਹਨਾਂ ਸਾਰੇ ਰਿਸੋਰਸਿਸ ਦੇ ਵਿੱਚੋਂ, ਹੁਣ ਇਹ ਤਾਂ 3-4 ਰਿਸੋਰਸਿਸ ਹੋ ਗਏ, ਬੱਸ ਵੀ ਮੌਜੂਦ ਹੈ, ਕਾਰ, ਆਪਣੀ ਕਾਰ ਤੇ ਵੀ ਜਾ ਸਕਦਾ, ਟੈਕਸੀ ਦੇ ਵਿੱਚ ਵੀ ਜਾ ਸਕਦਾ, ਜਹਾਜ਼ ਤੇ ਵੀ ਜਾ ਸਕਦਾ। ਮੈਂ ਚੰਡੀਗੜ੍ਹ ਦੇ ਵਿੱਚ ਬੈਠਾ, ਮੈਂ ਦਿੱਲੀ ਤੱਕ ਜਾਣਾ, ਮੇਰੇ ਕੋਲ ਸਾਰੇ ਰਿਸੋਰਸਿਸ ਨੇ, ਪਰ ਮੈਂ ਕਿਸ ਤਰੀਕੇ ਨਾਲ, ਕਿਹੜੀ ਸੰਸਾਧਨ ਦੀ ਵਰਤੋਂ ਕਰੂੰਗਾ, ਉਹ ਉਸ ਚੀਜ਼ ਨੂੰ ਇਕਨੋਮਿਕਸ ਕਹਿੰਦੇ। ਹੋ ਸਕਦਾ ਮੈਂ ਟ੍ਰੇਨ ਦੇ ਵਿੱਚ ਜਾਵਾਂ, ਮੇਰੇ ਨਾਲ ਮੇਰੀ ਫੈਮਿਲੀ ਮੈਂਬਰਸ ਜਿਹੜੇ ਨੇ ਉਹ ਟ੍ਰੇਨ ਤੇ ਨਹੀਂ, ਉਹ ਕਹਿੰਦੇ ਮੈਂ ਤਾਂ ਜੀ ਜਹਾਜ਼ ਤੇ ਜਾਣਾ ਪ੍ਰੈਫਰ ਕਰੂੰਗਾ। ਇਹ ਇਕਨੋਮਿਕਸ ਜਿਹੜੀ ਹੈ ਹਰ ਇੱਕ ਬੰਦੇ ਦੇ ਨਾਲ ਡਿਪੈਂਡੈਂਟ ਹੁੰਦੀ ਹੈ, ਉਹਦੀ ਕੀ ਚੋਇਸ ਮੇਕਿੰਗ ਹੈਗੀ ਹੈ। ਖੰਨਾ ਸਾਹਿਬ ਹੋ ਸਕਦਾ ਬੱਸ ਦੇ ਵਿੱਚ, ਵੋਲਵੋ ਦੇ ਵਿੱਚ ਜਾ ਕੇ ਰਾਜ਼ੀ ਹੋਣ ਵੀ ਵੋਲਵੋ ਟਾਈਮ ਘੱਟ ਲੈਂਦੀ ਹੈਗੀ ਹੈ, ਮੈਂ ਟ੍ਰੇਨ ਦੇ ਵਿੱਚ ਜਾ ਕੇ ਰਾਜ਼ੀ ਹੈਗਾ ਵੀ ਮੇਰੇ ਘਰ ਦੇ ਨੇੜੇ ਸਟੇਸ਼ਨ ਹੈਗਾ। ਮੇਰਾ ਫੈਮਿਲੀ ਮੈਂਬਰ ਕੋਈ ਹੈਗਾ, ਉਹ ਜਹਾਜ਼ ਦੇ ਵਿੱਚ ਪ੍ਰੈਫਰ ਕਰਦਾ, ਮੇਰੇ ਕੋਲ ਟਾਈਮ ਹੀ ਅੱਧਾ ਘੰਟੇ ਦੇ ਵਿੱਚ ਮੈਂ ਪਹੁੰਚਣਾ ਹੈ ਜੀ ਦਿੱਲੀ। ਸੋ ਸਾਡੇ ਵੇਰੀਏਸ਼ਨ ਕਰਦੀ ਹੈ ਸਾਡੇ ਡਿਸੀਜਨਸ ਜਿਹੜੇ ਆ। ਜਦੋਂ ਵੀ ਸਾਡੇ ਕੋਲ ਚੋਇਸਿਸ ਜ਼ਿਆਦਾ ਹੋ ਜਾਣ, ਉੱਥੇ ਇਕਨੋਮਿਕਸ ਆਉਂਦੀ ਹੈ। ਮੈਂ ਆਪਣੇ 6 ਮਰਲੇ ਦੇ ਪਲਾਟ ਤੇ ਮੈਂ ਐਡੀਸ਼ਨਲ ਕਮਰਾ ਵੀ ਪਾ ਸਕਦਾ, ਮੈਂ ਆਪਣਾ ਗਾਰਡਨਿੰਗ ਦੇ ਲਈ ਵੀ ਉਹਨੂੰ ਯੂਜ਼ ਕਰ ਸਕਦਾ, ਮੈਂ ਪਾਰਕਿੰਗ ਲਈ ਐਡੀਸ਼ਨਲ ਜਗ੍ਹਾ ਵੀ ਲੈ ਸਕਦਾ। ਸੋ ਦੈਟਸ ਵੇਅਰ ਆਈ ਹੈਵ ਟੂ ਮੇਕ ਅ ਚੋਇਸ। ਜਦੋਂ ਵੀ ਇੱਕ ਚੋਇਸ ਆ ਜਾਏਗੀ, ਹੁਣ ਸ਼ਾਰਟੇਜ ਕਿਸ ਚੀਜ਼ ਦੀ ਹੈ, ਮੇਰੇ ਕੋਲ ਜਗ੍ਹਾ ਦੀ, ਸਕਾਰਸਿਟੀ ਆਫ ਲੈਂਡ। ਪਿਛਲੇ ਕੇਸ ਦੇ ਵਿੱਚ ਕੀ ਸੀਗਾ, ਮੇਰੇ ਕੋਲ ਸਕੈਰਸਿਟੀ ਹੈਗੀ ਟਾਈਮ ਦੀ, ਮੈਂ ਕਿਸ ਤਰੀਕੇ ਨਾਲ ਆਪਣੇ ਟਾਈਮ ਦੀ ਵਰਤੋਂ ਕਰਨੀ, ਕਿਸ ਤਰੀਕੇ ਨਾਲ ਮੈਂ ਦਿੱਲੀ ਪਹੁੰਚਣਾ, ਕਿਹੜੇ ਰਿਸੋਰਸ ਦੇ ਨਾਲ ਪਹੁੰਚਣਾ। ਇੱਥੇ ਇਸੇ ਤਰੀਕੇ ਦੇ ਨਾਲ ਜਗ੍ਹਾ ਦੀ ਮੇਰੇ ਕੋਲ ਸਕੈਰਸਿਟੀ ਹੈ। ਇਨ ਦਾ ਸੇਮ ਫੈਸ਼ਨ ਖੰਨਾ ਸਾਹਿਬ, ਜਦੋਂ ਅਸੀਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ, ਕੰਪਨੀਆਂ ਦੀ ਗੱਲ ਕਰਦੇ, ਕੰਪਨੀਆਂ ਨੇ ਦੇਖਣਾ ਵੀ ਉਹਨਾਂ ਨੇ ਲੇਬਰ ਇੰਟੈਂਸਿਵ ਟੈਕਨੋਲੋਜੀ ਲੈ ਕੇ ਆਣੀ ਹੈ, ਉਹਨਾਂ ਨੂੰ ਸਸਤੀ ਲੇਬਰ ਮਿਲਦੀ ਹੈ, ਜਾਂ ਕੈਪੀਟਲ ਇੰਟੈਂਸਿਵ। ਆਪਾਂ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਨੇ ਬੀਪੀਓ ਸੈਕਟਰ ਨੂੰ ਹੁੰਗਾਰਾ ਦਿੱਤਾ। ਬੀਪੀਓ ਸੈਕਟਰ ਦਾ ਮਤਲਬ ਹੈ ਕੰਪਨੀਆਂ ਤਾਂ ਅਮਰੀਕਾ 'ਚ ਕੰਮ ਕਰ ਰਹੀਆਂ, ਲੇਕਿਨ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਆਊਟਸੋਰਸ ਕਰਤਾ, ਜਿਹੜਾ ਆਊਟਸੋਰਸਿੰਗ ਕੀਤੀ ਹੈ ਬਿਜ਼ਨਸ ਪ੍ਰੋਸੈਸਸ ਦੀ। ਬਿਜ਼ਨਸ ਪ੍ਰੋਸੈਸ ਦਾ ਮਤਲਬ ਜਿਹੜੇ ਇੱਥੇ ਇੰਗਲਿਸ਼ ਸਪੀਕਿੰਗ ਪੋਪੂਲੇਸ਼ਨ ਸੀਗੀ, ਕਾਲ ਸੈਂਟਰਸ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਐਸਟੈਬਲਿਸ਼ ਕਰਤੇ, ਕਿਉਂਕਿ ਉਹਨਾਂ ਨੂੰ ਸਸਤੀ ਚੀਜ਼ ਮਿਲਦੀ ਸੀ। ਉੱਥੇ ਦਾ ਬਿਜ਼ਨਸਮੈਨ ਨੂੰ ਲੱਗਦਾ ਸੀ ਵੀ ਜੇ ਹਿੰਦੁਸਤਾਨ ਦੇ ਲੋਕਾਂ ਨੂੰ ਅਮਰੀਕਾ 'ਚ ਬੁਲਾਉਣਗੇ, ਇੰਗਲਿਸ਼ ਸਪੀਕਿੰਗ ਪੋਪੂਲੇਸ਼ਨ ਨੂੰ, ਤਾਂ ਉਹਦੀ ਕਾਸਟ ਜ਼ਿਆਦਾ ਹੈ ਬਿਜ਼ਨਸ ਦੇ ਲਈ। ਉਹਨਾਂ ਨੇ ਹਿੰਦੁਸਤਾਨ 'ਚ ਕਾਲ ਸੈਂਟਰ ਐਸਟੈਬਲਿਸ਼ ਕਰਤੇ, ਟੈਲੀਫੋਨ ਦੀ ਡਾਇਵਰਟ ਕਰਤੀਆਂ ਕਾਲਾਂ, ਹਿੰਦੁਸਤਾਨ ਨੂੰ ਆਉਣੀਆਂ ਸ਼ੁਰੂ ਹੋ ਗਈਆਂ। ਸੋ ਉਹਨਾਂ ਨੂੰ ਇਹ ਚੀਜ਼ ਸਸਤੀ ਲੱਗੀ। ਇਸ ਤਰੀਕੇ ਦੇ ਨਾਲ ਹਰ ਬੰਦਾ ਇਹ ਦੇਖਦਾ ਵੀ ਕਿੱਥੇ ਉਹਦਾ ਮੈਕਸਿਮਮ ਫਾਇਦਾ ਹੋ ਰਿਹਾ, ਔਰ ਉਹਨਾਂ ਨੂੰ ਰਿਸੋਰਸਿਸ ਜਿਹੜੇ ਨੇ ਮੈਕਸਿਮਮ ਯੂਟਿਲਾਈਜੇਸ਼ਨ ਹੋ ਜੇ ਵਿਦ ਮੈਕਸਿਮਮ ਪ੍ਰੋਫਿਟਸ। ਓਕੇ, ਮਤਲਬ ਬਈ ਕਾਫੀ ਟੈਕਨੀਕਲ ਚੀਜ਼ ਹੈ ਜਿਹਨੂੰ ਤੁਸੀਂ ਬੜਾ ਸਿੰਪਲੀਫਾਈ ਕਰ ਦਿੱਤਾ ਕਿ ਕਿਸ ਤਰ੍ਹਾਂ ਇੱਕ ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਨੂੰ ਕਲਾਸੀਫਾਈ ਕਰਨਾ ਚਾਹੀਦਾ ਕਿ ਪਹਿਲੀ ਸਭ ਤੋਂ ਜ਼ਿਆਦਾ ਜ਼ਰੂਰਤ ਕੀ ਹੈ, ਫਿਰ ਉਸ ਤੋਂ ਬਾਅਦ ਘੱਟ ਜ਼ਰੂਰਤ, ਉਸ ਤੋਂ ਬਾਅਦ ਘੱਟ ਜ਼ਰੂਰਤ, ਔਰ ਐਂਡ ਵਿੱਚ ਆਉਂਦਾ ਹੈ ਕਿ ਤੁਸੀਂ ਆਪਣੇ ਸ਼ੌਕ ਪੂਰੇ ਕਰਨੇ ਨੇ। ਪਹਿਲਾਂ ਜਿਉਣ ਵਾਸਤੇ ਆਪਾਂ ਜੋ ਜ਼ਰੂਰਤਾਂ ਨੇ ਉਹ ਪੂਰੀਆਂ ਕਰਨੀਆਂ ਨੇ, ਫਿਰ ਉਸ ਤੋਂ ਬਾਅਦ ਸ਼ੌਕ ਪੂਰੇ ਕਰਨੇ ਨੇ। ਪਹਿਲਾਂ ਰੋਟੀ ਹੋਣੀ ਚਾਹੀਦੀ, ਕੱਪੜਾ ਹੋਣਾ ਚਾਹੀਦਾ, ਮਕਾਨ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਐਜੂਕੇਸ਼ਨ ਹੋਣੀ ਚਾਹੀਦੀ ਹੈ, ਹੈਲਥ ਸਿਸਟਮ ਤੁਹਾਡੇ ਕੋਲ ਹੋਣਾ ਚਾਹੀਦਾ, ਔਰ ਉਸ ਤੋਂ ਬਾਅਦ ਤੁਹਾਡੇ ਸ਼ੌਕ ਆ ਜਾਂਦੇ ਨੇ। ਸੋ ਇਹ ਬੈਲੈਂਸ ਹੈ ਜੋ ਅਸੀਂ ਬਣਾ ਕੇ ਚੱਲਦੇ ਹਾਂ, ਔਰ ਜੇ ਅਸੀਂ ਮਨ ਦੀਆਂ ਭਾਵਨਾਵਾਂ ਦੇ ਵਿੱਚ ਵਹਿ ਕੇ ਇੱਕ ਗਲਤੀ ਕਰ ਬੈਠੀਏ ਤਾਂ ਵਾਕਈ ਹੀ ਸਾਰੀ ਇਕਨੋਮੀ ਘਰ ਦੀ ਵਿਗੜ ਜਾਂਦੀ ਹੈ। ਯੂ ਆਰ ਵੈਰੀ ਰਾਈਟ ਕਿ ਸਾਨੂੰ ਇਮੋਸ਼ਨਸ ਨੂੰ ਕੰਟਰੋਲ ਕਰਨਾ ਵੀ ਇੱਕ ਮੈਨੇਜਮੈਂਟ ਆ। ਇਮੋਸ਼ਨਲ ਮੈਨੇਜਮੈਂਟ, ਟਾਈਮ ਮੈਨੇਜਮੈਂਟ, ਫਾਈਨੈਂਸ ਮੈਨੇਜਮੈਂਟ, ਲਾਈਫ ਮੈਨੇਜਮੈਂਟ, ਹਰ ਚੀਜ਼ ਮੈਨੇਜਮੈਂਟ ਉਹਦਾ ਆਧਾਰ ਬਣਦੀ ਹੈ। ਦੈਟਸ ਵੈਰੀ ਟਰੂ ਸਰ। ਸੋ ਇੱਕ ਚੀਜ਼ ਆਪਾਂ ਅਕਸਰ ਸੁਣਦੇ ਰਹਿੰਦੇ ਹਾਂ, ਵੱਡੀਆਂ ਵੱਡੀਆਂ ਗੱਲਾਂ, ਕਿਉਂਕਿ ਹਰ ਬੰਦਾ ਨਿਊਜ਼ ਨਾਲ ਜੁੜਿਆ ਹੋਇਆ, ਮੀਡੀਆ ਨਾਲ ਜੁੜਿਆ ਹੋਇਆ, ਨਿਊਜ਼ਪੇਪਰਸ ਐਂਡ ਐਵਰੀਥਿੰਗ, ਉਹਦੇ ਕੋਲ ਸਾਰੇ ਸੋਰਸਿਸ ਨੇ, ਨੈਟ ਦੇ ਉੱਤੇ ਸਭ ਕੁਝ ਹੈ, ਮੋਬਾਈਲ ਉਹਦੇ ਹੱਥ ਵਿੱਚ ਹੈ, ਔਰ ਸਾਰੀ ਇਨਫੋਰਮੇਸ਼ਨ ਉਹਦੇ ਮੁੱਠੀ ਦੇ ਵਿੱਚ ਹੈ, ਸਾਰੀ ਦੁਨੀਆ ਉਹਦੀ ਮੁੱਠੀ ਦੇ ਵਿੱਚ ਹੈ ਇਸ ਵਕਤ। ਸੋ ਇਕਨੋਮੀ, ਇਕਨੋਮਿਕ ਪਾਲਿਸੀ, ਇਹ ਸਭ ਜਾਣਨਾ ਜ਼ਰੂਰੀ ਹੈ ਇਕਨੋਮਿਕਸ ਜਾਣਨ ਵਾਸਤੇ, ਇੱਕ ਆਮ ਬੰਦੇ ਵਾਸਤੇ। ਰਾਜੀਵ ਜੀ, ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਇਹਨਾਂ ਤਿੰਨਾਂ ਦੇ ਵਿੱਚ ਫਰਕ ਹੈ। ਜੇ ਅਸੀਂ ਇਕਨੋਮਿਕਸ ਦੀ ਗੱਲ ਕਰਦੇ, ਮੈਂ ਕਿਹਾ ਵੀ ਚਾਹੇ ਉਹ ਸਰਕਾਰ ਹੈ, ਚਾਹੇ ਉਹ ਇੰਡੀਵਿਜੂਅਲ ਹੈ, ਚਾਹੇ ਕਾਰਪੋਰੇਟ ਕੰਪਨੀਆਂ ਵਾਲੇ ਨੇ, ਸਰਮਾਏਦਾਰ ਨੇ,
ਇਹਨਾਂ ਨੂੰ ਚੁਆਇਸ ਕਰਨੀ ਪੈਂਦੀ ਹੈ ਬਈ ਕਿੱਥੇ ਇਹਨਾਂ ਨੂੰ ਮੈਕਸਿਮਮ ਪ੍ਰੋਫਿਟਸ ਮਿਲ ਰਹੇ ਆ, ਮੈਕਸਿਮਮ ਸੈਟੀਸਫੈਕਸ਼ਨ ਮਿਲ ਰਹੀ ਹੈ, ਕਿੱਥੇ ਮੈਕਸਿਮਮ ਵੈਲਫੇਅਰ ਹੋ ਰਹੀ ਹੈ। ਇਹ ਤਾਂ ਹੈ ਆਰਥਿਕਤਾ ਦਾ ਸੱਚ। ਇਸੇ ਤਰੀਕੇ ਦੇ ਨਾਲ ਦੂਜਾ ਵਰਡ ਇਹਦੇ ਨਾਲ ਜਿਹੜਾ ਜੁੜਦਾ ਹੈ ਉਹ ਹੈ ਇਕੋਨਮੀ। ਇਕੋਨਮੀ ਦਾ ਮਤਲਬ ਹੈਗਾ ਇੱਕ ਇਦਾਂ ਦਾ ਸਿਸਟਮ ਜਿੱਥੇ ਪੈਦਾਵਾਰ ਵੀ ਹੋ ਰਹੀ ਹੈ, ਜਿੱਥੇ ਕੰਜ਼ੰਪਸ਼ਨ ਵੀ ਹੋ ਰਹੀ ਹੈ, ਜਿੱਥੇ ਡਿਸਟ੍ਰੀਬਿਊਸ਼ਨ ਪੈਸਾ ਵੀ ਆਦਾਨ ਪ੍ਰਦਾਨ ਹੋ ਰਿਹਾ, ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਡਿਸਟ੍ਰੀਬਿਊਸ਼ਨ ਚੀਜ਼ਾਂ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਜਾ ਰਹੀਆਂ ਨੇ, ਕੰਜ਼ੰਪਸ਼ਨ ਕੋਈ ਖਾ ਰਿਹਾ ਕੋਈ ਬਣਾ ਰਿਹਾ। ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਕਿਰਿਆਵਾਂ ਜਿਹੜੀਆਂ ਨੇ, ਅਲੱਗ-ਅਲੱਗ ਫੈਕਟਰਸ ਨੇ, ਅਲੱਗ-ਅਲੱਗ ਵੇਰੀਏਬਲਸ ਨੇ ਜਿਹੜੇ ਇੱਕੋ ਹੀ ਟਾਈਮ ਦੇ ਉੱਤੇ ਕੋਈ ਫਾਰਮਰਸ ਨੇ ਉਹ ਪ੍ਰੋਡਿਊਸ ਕਰ ਰਹੇ ਨੇ, ਮਾਰਕੀਟ ਦੇ ਵਿੱਚ ਟ੍ਰੇਡਰ ਹੈ ਉਹਨੂੰ ਪਰਚੇਜ਼ ਕਰ ਰਿਹਾ ਹੈਗਾ, ਕੰਜ਼ਿਊਮਰ ਜਿਹੜਾ ਹੈਗਾ ਉਹਨੂੰ ਘਰ ਦੇ ਵਿੱਚ ਲਿਆ ਕੇ ਉਹਨੂੰ ਕੰਜ਼ਿਊਮ ਕਰ ਰਿਹਾ। ਸੋ ਇਹ ਬਹੁਤ ਸਾਰੀਆਂ ਕਿਰਿਆਵਾਂ ਨੇ। ਇਹ ਇੱਕ ਇਕਨੋਮਿਕ, ਇੱਕ ਅਰਥਚਾਰੇ ਦੇ ਵਿੱਚ ਇਹ ਸਾਰੀਆਂ ਕਿਰਿਆਵਾਂ ਜਿਹੜੀਆਂ ਨੇ ਹੁੰਦੀਆਂ ਨੇ ਤੇ ਅਰਥਚਾਰੇ ਦੇ ਵਿੱਚ ਇਹਨਾਂ ਨੂੰ, ਇਕਨੋਮੀ ਦੇ ਵਿੱਚ ਇਹਨਾਂ ਨੂੰ ਗਵਰਨ ਕੀਤਾ ਜਾਂਦਾ। ਸਰਕਾਰ ਜਿਹੜੀ ਹੈ ਕਾਨੂੰਨ ਬਣਾਉਂਦੀ ਹੈ, ਜਿਸ ਤਰ੍ਹਾਂ ਸਾਡੇ ਕਾਨੂੰਨ ਬਣੇ ਆ ਬਈ ਸਮੋਕਿੰਗ ਜਿਹੜੀ ਹੈ ਪਬਲਿਕ ਪਲੇਸਿਸ ਦੇ ਉੱਤੇ ਨਹੀਂ ਹੋ ਸਕੇਗੀ, ਇਸੇ ਤਰੀਕੇ ਦੇ ਨਾਲ ਇਕਨੋਮੀ ਦੇ ਵਿੱਚ ਇੱਕ ਕਾਨੂੰਨ ਬਣਿਆ ਹੈਗਾ ਕਿ ਜਿਹੜੀ ਗੈਂਬਲਿੰਗ ਹੈ, ਜੂਆ ਹੈ, ਉਹ ਜਿਹੜੀ ਗੈਰ ਕਾਨੂੰਨੀ ਚੀਜ਼ ਹੈ। ਸੋ ਇਕਨੋਮੀ ਦੇ ਵਿੱਚ ਕਈ ਤਰੀਕੇ ਦੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ। ਡੈਫੀਨੇਟਲੀ ਪ੍ਰੋਡਕਸ਼ਨ, ਕੰਜ਼ੰਪਸ਼ਨ, ਉਤਪਾਦਕਤਾ ਹੁੰਦੀ ਹੈ, ਉੱਥੇ ਕੰਜ਼ੰਪਸ਼ਨ ਹੁੰਦੀ ਹੈ, ਉੱਥੇ ਡਿਸਟ੍ਰੀਬਿਊਸ਼ਨ ਹੁੰਦੀ ਹੈ, ਉੱਥੇ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਲੇਕਿਨ ਇਹ ਚੀਜ਼ਾਂ ਇੱਕ ਦਾਇਰੇ ਦੇ ਵਿੱਚ ਹੁੰਦੀਆਂ। ਸਰਕਾਰਾਂ ਦਾ ਇੱਕ ਕੰਮ ਹੁੰਦਾ ਉਹ ਇਹਨਾਂ ਨੂੰ ਗਵਰਨ ਕਰਦੀਆਂ, ਕਾਲਾ ਬਾਜ਼ਾਰੀ ਨਾ ਹੋਵੇ, ਬਲੈਕ ਮਾਰਕੀਟਿੰਗ, ਹੋਰਡਿੰਗ, ਕਿਸੇ ਚੀਜ਼ ਦੀ ਹੋਰਡਿੰਗ ਨਾ ਹੋ ਜੇ, ਲੋਕ ਉਹਨੂੰ ਬਚਾ ਕੇ ਨਾ ਰੱਖ ਲੈਣ, ਮਾਰਕੀਟ ਦੇ ਵਿੱਚ ਰੇਟ ਨਾ ਉੱਤੇ ਹੋ ਜਾਣ। ਇਹ ਚੀਜ਼ ਇਕਨੋਮੀ ਦੇ ਵਿੱਚ ਹੁੰਦੀ ਹੈ। ਇਕਨੋਮਿਕ ਪਾਲਿਸੀ ਜਿਹੜੀ ਆਰਥਿਕ ਨੀਤੀ ਹੁੰਦੀ ਹੈ, ਆਰਥਿਕ ਨੀਤੀ ਦਾ ਮਤਲਬ ਹੈ ਇਦਾਂ ਦੀਆਂ ਨੀਤੀਆਂ ਜਿਹਦੇ ਨਾਲ ਕੀ ਹੁੰਦਾ ਵੀ ਅਸੀਂ ਇੱਕ ਸਿਸਟਮ ਇਦਾਂ ਦਾ ਬਣਾਈਏ ਜਿੱਥੇ ਇਹ ਨਾ ਹੋ ਜੇ ਅਮੀਰ ਹੋਰ ਅਮੀਰ ਹੁੰਦਾ ਰਹੇ, ਗਰੀਬ ਹੋਰ ਗਰੀਬ ਹੁੰਦਾ ਰਹੇ। ਟੈਕਸੇਸ਼ਨ ਸਿਸਟਮ ਇਸ ਤਰੀਕੇ ਦਾ ਹੋਵੇ ਸਾਡਾ, ਇਸ ਤਰੀਕੇ ਨਾਲ ਸਾਡੇ ਟੈਕਸ ਲੱਗਣ ਵੀ ਗਰੀਬ ਤੇ ਘੱਟ ਉਹਦਾ ਬੋਝ ਪਵੇ ਔਰ ਅਮੀਰ ਦੇ ਉੱਤੇ ਜ਼ਿਆਦਾ ਉਹਦਾ ਬੋਝ ਪਵੇ। ਸਾਡੇ ਕੋਲ ਇੱਕ ਗਰੋਥ ਔਰ ਪ੍ਰੋਸਪੈਰਿਟੀ ਹੋਵੇ। ਸਾਡਾ ਹਿੰਦੁਸਤਾਨ, ਸਾਡਾ ਜਿਹੜਾ ਮੁਲਕ ਹੈ, ਇਦਾਂ ਦੀ ਆਰਥਿਕ ਨੀਤੀ ਬਣਾਈਏ ਵੀ ਸਾਡਾ ਮੁਲਕ ਜਿਹੜਾ ਹੈ ਟੌਪ ਦੇ ਵਿੱਚ ਜਾਵੇ, ਪ੍ਰੋਗਰੈਸ ਹੁੰਦੀ ਰਹੇ, ਸਾਡੀ ਜੀਡੀਪੀ ਜਿਹੜੀ ਪੈਦਾਵਾਰ ਹੈ ਉਹ ਲਗਾਤਾਰ ਵੱਧਦੀ ਰਹੇ, ਲੋਕ ਜਿਹੜੇ ਆ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਉਹ ਉੱਚਾ ਹੋ ਸਕੇ। ਸੋ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਆਪਣੇ ਆਪਣੇ ਏਰੀਆ ਦੇ ਵਿੱਚ ਕੰਮ ਕਰਦੀਆਂ ਨੇ, ਪਰ ਹੈ ਇੰਟਰ ਰਿਲੇਟਡ। ਓਕੇ, ਮਤਲਬ ਇਕਨੋਮਿਕਸ, ਇਕਨੋਮੀ, ਇਕਨੋਮਿਕ ਪਾਲਿਸੀ ਤਿੰਨੋਂ ਡਿਫਰੈਂਟ ਚੀਜ਼ਾਂ ਨੇ। ਇਕਨੋਮਿਕਸ ਅਸੀਂ ਆਪਣਾ ਪ੍ਰੋਫਿਟ ਐਂਡ ਲਾਸ ਦੇਖਦੇ ਹਾਂ ਔਰ ਇਕਨੋਮੀ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਸਭ ਜਾਣੇ ਪ੍ਰੋਫਿਟ ਐਂਡ ਲਾਸ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਰੱਖਣ, ਕਿਸੇ ਨੂੰ ਜ਼ਿਆਦਾ ਨੁਕਸਾਨ ਜਾਂ ਜ਼ਿਆਦਾ ਫਾਇਦਾ ਨਾ ਹੋਵੇ। ਇੱਕ ਬੈਲੈਂਸ ਜ਼ਰੂਰ ਚਾਹੀਦਾ ਹੈ ਕਿਉਂਕਿ ਜੇ ਫਾਇਦਾ ਹੋਏਗਾ ਤਾਂ ਨੁਕਸਾਨ ਵੀ ਹੋਏਗਾ। ਇਸ ਕਰਕੇ ਇਕਨੋਮੀ ਨੂੰ ਉੱਦਾਂ ਰੱਖਣਾ ਹੈ ਕਿ ਕੋਈ ਗੈਰ ਕਾਨੂੰਨੀ ਕੰਮ ਨਾ ਹੋਣ ਜੋ ਸੈਟਬੈਕ ਦੇਣ ਇਨਸਾਨ ਦੀ ਲਾਈਫ ਨੂੰ, ਸਿਟੀਜ਼ਨਸ ਦੀ ਲਾਈਫ ਨੂੰ ਔਰ ਦੇਸ਼ ਨੂੰ। ਔਰ ਇਕਨੋਮਿਕ ਪਾਲਿਸੀ ਅਸੀਂ ਉੱਦਾਂ ਦੀਆਂ ਪਾਲਿਸੀਆਂ ਅਪਣਾਈਏ ਕਿ ਸਿਟੀਜ਼ਨਸ ਦਾ ਵੈਲਫੇਅਰ ਹੋ ਸਕੇ, ਗਰੀਬ ਹੋਰ ਗਰੀਬ ਨਾ ਹੋ ਜਾਵੇ, ਅਮੀਰ ਹੋਰ ਜ਼ਿਆਦਾ ਅਮੀਰ ਨਾ ਹੋ ਜਾਵੇ। ਇਹ ਜਿਹੜਾ ਗੈਪ ਹੈ, ਇਹ ਗੈਪ ਅਸੀਂ ਘਟਾਈਏ ਔਰ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਹਿਊਮਨ ਰਾਈਟਸ ਦਾ ਅਸੀਂ ਐਸਟੈਬਲਿਸ਼ਮੈਂਟ ਕਰਨਾ ਚਾਹੁੰਦੇ ਹਾਂ ਇਕਨੋਮੀ ਦੇ ਆਧਾਰ ਦੇ ਉੱਤੇ, ਇਕਨੋਮਿਕਸ ਐਂਡ ਇਕਨੋਮਿਕ ਪਾਲਿਸੀ ਦੇ ਆਧਾਰ ਦੇ ਉੱਤੇ। ਸੋ ਹਿਸਟਰੀ ਇਹਦੀ ਕੁਝ ਜਾਣਨਾ ਚਾਹਾਂਗੇ, ਥੋੜ੍ਹੀ ਬਹੁਤ ਇੱਕ ਬਰੀਫ ਹਿਸਟਰੀ ਕਿ ਕਦੋਂ ਤੋਂ ਸ਼ੁਰੂ ਹੋਈ। ਵੈਸੇ ਤਾਂ ਐਡਮ ਸਮਿਥ ਤੋਂ ਮੰਨਿਆ ਜਾਂਦਾ ਦੀ ਵੈਲਥ ਆਫ ਨੇਸ਼ਨਸ, ਲੇਕਿਨ ਜੇ ਇੰਡੀਅਨ ਕੌਂਟੈਕਸਟ ਵਿੱਚ ਦੇਖੋ ਤਾਂ ਚਾਣਕਿਆ ਤੋਂ ਮੰਨਿਆ ਜਾਂਦਾ ਅਰਥ ਸ਼ਾਸਤਰ। ਸੋ ਉਸ ਤੋਂ ਪੁਰਾਤਨ ਮੰਨੀਏ ਤਾਂ ਸਾਡੇ ਜਿਹੜੇ ਪੁਰਾਣੇ ਵੇਦ ਸ਼ਾਸਤਰ ਗ੍ਰੰਥ ਨੇ ਉਹਦੇ ਵਿੱਚ ਵੀ ਇਕਨੋਮੀ ਦਾ ਜ਼ਿਕਰ ਮਿਲਦਾ ਹੈ ਕਿ ਰਾਜ ਪਾਠ ਕਿਵੇਂ ਕਰਨਾ ਹੈ, ਰਾਜ ਘਰਾਣੇ ਨੂੰ, ਰਾਜ ਪਰਿਵਾਰ ਨੂੰ, ਆਪਣਾ ਰਾਜਨੀਤੀ ਨੂੰ ਆਪਣਾ ਕਿੱਦਾਂ ਚਲਾਉਣਾ ਚਾਹੀਦਾ। ਸੋ ਡਿਟੇਲਸ ਬਹੁਤ ਨੇ, ਫਿਰ ਵੀ ਇੱਕ ਬਰੀਫ ਹਿਸਟਰੀ ਕੀ ਹੈਗੀ ਹੈ ਸਰ? ਦੇਖੋ ਜੀ, ਜਿਹੜਾ ਲਿਖੀਆਂ ਹੋਈਆਂ ਚੀਜ਼ਾਂ ਨੇ, ਜੋ ਇਸਟੈਬਲਿਸ਼ਡ ਚੀਜ਼ਾਂ ਨੇ, ਉਹ ਤਾਂ ਚਾਣਕਿਆ ਔਰ ਅਰਿਸਤੂ ਤੋਂ ਸ਼ੁਰੂ ਹੁੰਦੀ ਹੈ। ਅਰਿਸਟੋਟਲ ਜਿਹਨੂੰ ਕਹਿੰਦੇ ਆ, ਅਰਿਸਤੂ ਔਰ ਚਾਣਕਿਆ ਨੇ ਲਿਖ ਕੇ ਇਹ ਚੀਜ਼ਾਂ ਦਿੱਤੀਆਂ ਹੋਈਆਂ। ਉਹਨਾਂ ਦੀਆਂ ਕਿਤਾਬਾਂ ਨੇ ਜਿਹਦੇ ਵਿੱਚ ਉਹਨਾਂ ਨੇ ਇਕਨੋਮਿਕਸ ਦੀ ਚਰਚਾ ਕੀਤੀ ਹੈ ਉਸ ਵੇਲੇ ਦੇ ਹਿਸਾਬ ਦੇ ਨਾਲ। ਹੁਣ ਜਿਹੜੀ ਚਾਣਕਿਆ ਨੇ ਕਿਤਾਬ ਲਿਖੀ ਸੀ ਅਰਥ ਸ਼ਾਸਤਰ,
ਇਹ ਕਿਤਾਬ ਜਿਹੜੀ ਹੈ ਇਹਦੇ ਵਿੱਚ ਕਈ ਸਾਰੇ ਚੈਪਟਰਸ ਹਨ ਜਿਹਦੇ ਚ ਉਹਨਾਂ ਨੇ ਗੱਲ ਕੀਤੀ ਸੋਸ਼ਲ ਵੈਲਫੇਅਰ ਦੀ ਗੱਲ ਕੀਤੀ ਹੈ, ਐਗਰੀਕਲਚਰ ਦੀ ਗੱਲ ਕੀਤੀ ਹੈ, ਮਾਈਨਿੰਗ ਦੀ ਗੱਲ ਕੀਤੀ ਹੈ, ਉਹਨੇ ਕਿਹਾ ਮੈਡੀਸਨਸ ਦੀ, ਫੋਰੈਸਟ ਦੀ, ਵਾਈਲਡ ਲਾਈਫ ਦੀ। ਉਹਨੇ ਅਲੱਗ-ਅਲੱਗ 13-14 ਚੈਪਟਰ ਬਣਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਸਕਸ ਕੀਤਾ ਹੈਗਾ। ਇਹ ਚਾਣਕਿਆ ਨੇ ਕਿਹਾ, ਫਿਰ ਉਹਨੇ ਐਡਵਾਈਸ ਕੀਤਾ, ਰਿਕਮੈਂਡੇਸ਼ਨਸ ਦਿੱਤੀਆਂ ਕਿ ਰਾਜੇ ਮਹਾਰਾਜੇ ਜਿਹੜੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰਿਐਕਟ ਕਰਨਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਜੇ ਕਿਤੇ ਅਕਾਲ ਪੈ ਜੇ, ਜੇ ਕਿਤੇ ਲੜਾਈ ਆ ਜਾਵੇ, ਜੇ ਕਿਤੇ ਕੋਈ ਐਪੀਡੈਮਿਕ ਜਿੱਦਾਂ ਸਾਡੇ ਸਾਹਮਣੇ ਸੀਗਾ ਕਰੋਨਾ ਜਿਹੜਾ ਹੈਗਾ, ਜੇ ਕੋਈ ਇਦਾਂ ਦੀਆਂ ਬਿਮਾਰੀਆਂ ਆ ਜਾਣ ਤਾਂ ਉਸ ਵੇਲੇ ਰਾਜੇ ਮਹਾਰਾਜਿਆਂ ਦੇ ਲਈ ਉਹਨਾਂ ਨੇ ਕੁਝ ਸਟੈਪਸ ਰਿਕਮੈਂਡ ਕੀਤੇ। ਉਹਨਾਂ ਨੇ ਕਿਹਾ ਕਿ ਜਸਟ ਲਾਈਕ ਜੇ ਕੋਈ ਇਦਾਂ ਦੀ ਸਮੱਸਿਆ ਆ ਜਾਂਦੀ ਹੈ ਤਾਂ ਉਹਨੂੰ ਦੂਰ ਕਰਨ ਦੇ ਲਈ ਰਾਜਾ ਨੂੰ ਆਪਣੇ ਖਜ਼ਾਨੇ ਦੇ ਵਿੱਚ ਉਹਦੀ ਪੈਸਾ ਛੱਡਣਾ ਚਾਹੀਦਾ। ਉਹ ਕਹਿੰਦਾ ਲੋਕਾਂ ਦੀ ਹੈਲਪ ਦੇ ਵਿੱਚ ਉਤਰੋ, ਚਾਹੇ ਉਹ ਇਰੀਗੇਸ਼ਨ ਪ੍ਰੋਜੈਕਟਸ ਬਣਾਓ ਛੋਟੇ, ਉਸ ਵੇਲੇ ਦੇ ਜਿਸ ਹਿਸਾਬ ਦੇ ਨਾਲ ਇਰੀਗੇਸ਼ਨ ਪ੍ਰੋਜੈਕਟਸ ਬਣਦੇ ਸਨ, ਜਾਂ ਉਹਨੇ ਕਿਹਾ ਵੀ ਤੁਸੀਂ ਬਿਲਡਿੰਗ ਬਣਾਉਣੀਆਂ ਸ਼ੁਰੂ ਕਰ ਦਿਓ, ਫੋਰਟਸ ਹੀ ਹੋਰ ਬਣਾ ਲਓ, ਨਵੇਂ ਕਿਲੇ ਬਣਾ ਲਓ, ਲੋਕਾਂ ਨੂੰ ਟੈਕਸਾਂ ਦੇ ਵਿੱਚ ਉਹਦੀ ਛੋਟ ਦੇ ਦਿਓ। ਤਾਂ ਇਹ ਚਾਣਕਿਆ ਨੇ ਆਪਣੇ ਹਿਸਾਬ ਦੇ ਨਾਲ ਗੱਲ ਕੀਤੀ ਸੀ। ਉੱਥੋਂ ਦੀ ਮੈਨੂੰ ਲੱਗਦਾ ਵੀ ਇਕਨੋਮਿਕਸ ਜਿਹੜੀ ਹੈ ਇਹ ਚੱਲਣੀ ਸ਼ੁਰੂ ਹੋਈ ਹੈ। ਜਦੋਂ ਅਸੀਂ ਹਿਸਟਰੀ ਆਫ ਇਕਨੋਮਿਕ ਥਾਟ ਪੜ੍ਹਦੇ ਹਾਂ ਤਾਂ ਥਾਟ ਦੇ ਵਿੱਚ ਚਾਣਕਿਆ ਤੋਂ ਵੇਦਾਸ ਦੀ ਤਾਂ ਗੱਲ ਨਹੀਂ ਕੀਤੀ ਉਹਨਾਂ ਨੇ, ਚਾਣਕਿਆ ਦੇ ਬਾਰੇ ਜ਼ਰੂਰ ਗੱਲ ਕੀਤੀ ਹੈ। ਇਸੇ ਤਰੀਕੇ ਨਾਲ ਅਰਿਸਤੂ ਨੇ ਗੱਲ ਕੀਤੀ। ਉਹ ਕਹਿੰਦਾ ਸੀ ਵੀ ਸਰਵਾਈਵਲ ਐਂਡ ਗੁੱਡ ਲਾਈਫ, ਉਹਨੇ ਦੋ ਚੀਜ਼ਾਂ ਦੇ ਬਾਰੇ ਵਿੱਚ ਗੱਲ ਕੀਤੀ। ਇੱਕ ਸਰਵਾਈਵਲ ਹੈ, ਸਰਵਾਈਵਲ ਤਾਂ ਹੁੰਦਾ ਬੇਅਰ ਮਿਨੀਮਮ ਚੀਜ਼ਾਂ, ਸਾਡੇ ਰੋਟੀ ਕੱਪੜਾ ਮਕਾਨ। ਇੱਕ ਉਹਨੇ ਗੁੱਡ ਲਾਈਫ ਦੀ ਗੱਲ ਕੀਤੀ ਵੀ ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਉਹ ਕਿਸ ਤਰ੍ਹਾਂ ਵਧਾਇਆ ਜਾ ਸਕਦਾ। ਮੈਂ ਇਹਦੀ ਹੁਣ ਡਿਟੇਲ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਜਾ ਰਿਹਾ ਕਿਉਂਕਿ ਸਮੇਂ ਦੀ ਘਾਟ ਹੈ। ਉਸ ਤੋਂ ਬਾਅਦ ਜੀ ਜਿਹੜਾ ਐਡਮ ਸਮਿਥ ਹੋਣੀ, ਕਲਾਸੀਕਲ ਇਕਨੋਮਿਸਟ ਦੀ ਗੱਲ ਹੋਈ। ਐਡਮ ਸਮਿਥ ਨੇ ਆਪਣੇ ਤਰੀਕੇ ਨਾਲ ਗੱਲ ਕੀਤੀ, ਉਹਨੇ ਕਿਤਾਬ ਲਿਖੀ ਐਨ ਇਨਕੁਆਇਰੀ ਇਨਟੂ ਦੀ ਨੇਚਰ ਐਂਡ ਕਾਜ਼ਸ ਆਫ ਵੈਲਥ ਆਫ ਨੇਸ਼ਨਸ। ਉਸ ਤੋਂ ਬਾਅਦ ਕਾਰਲ ਮਾਰਕਸ ਨੇ ਆਪਣੀ ਥਿਊਰੀ ਦਿੱਤੀ। ਕ੍ਰਿਟਿਕਸ ਹਰੇਕ ਦੇ ਹੋਏ ਨੇ, ਹਰ ਥਿਊਰੀ ਜਿਹੜੀ ਹੈ ਕ੍ਰਿਟਿਕਸ ਨੇ ਉਹਨੂੰ ਕ੍ਰਿਟਿਸਾਈਜ਼ ਕੀਤਾ। ਉਸ ਤੋਂ ਬਾਅਦ ਜਿਹੜੀ ਮਾਡਰਨ ਥਿਊਰੀ ਹੈਗੀ ਹੈ ਜਿਹਨੂੰ ਅੱਜ ਦੀ ਡੇਟ ਦੇ ਵਿੱਚ ਜ਼ਿਆਦਾਤਰ ਫੋਲੋ ਕੀਤਾ ਜਾ ਰਿਹਾ, ਉਹ ਕੇਨਸ ਦੀ ਥਿਊਰੀ ਹੈ, ਜੋ ਕਿ 1929 ਤੋਂ 39 ਦੇ ਮੰਦਵਾੜੇ ਤੋਂ ਬਾਅਦ ਕੇਨਸ ਨੇ ਜਿਹੜਾ ਸਿਧਾਂਤ ਦਿੱਤੇ ਸੀ ਆਪਣੇ, ਉਹ ਸਿਧਾਂਤ ਜਿਹੜੇ ਨੇ ਅੱਜ ਵੀ ਅਸੀਂ ਯੂਜ਼ ਕਰ ਰਹੇ ਹਾਂ। ਲੇਕਿਨ ਹਾਂ ਇਹ ਚੀਜ਼ ਜ਼ਰੂਰ ਹੈ, ਅਰਿਸਟੋਟਲ ਨੂੰ ਵੀ ਅਸੀਂ ਇਗਨੋਰ ਨਹੀਂ ਕੀਤਾ। ਜਿਹੜੇ ਸਾਡਾ ਬੇਸਿਕ, ਜਦੋਂ ਅਸੀਂ ਇਕਨੋਮਿਕਸ ਦਾ ਪਹਿਲੀ ਕਲਾਸ ਲੈਂਦੇ ਹਾਂ ਕਿਸੇ ਬੱਚੇ ਨੂੰ 11ਵੀਂ ਦੇ ਵਿੱਚ ਇਕਨੋਮਿਕਸ ਜਾਂ 9ਵੀਂ 10ਵੀਂ ਦੇ ਵਿੱਚ ਵੀ ਇਕਨੋਮਿਕਸ ਪੜਾਉਣਾ ਸ਼ੁਰੂ ਕਰਦੇ ਹਾਂ, ਉੱਥੇ ਇੱਕ ਵਰਡ ਪੜਾਉਂਦੇ ਓਇਕੋਸ ਐਂਡ ਨਿਮੀਨ। ਇਹ ਵਰਡ ਗ੍ਰੀਕ ਦੇ ਵਿੱਚੋਂ, ਗ੍ਰੀਕ ਵਰਡਸ ਨੇ ਓਇਕੋਸ ਐਂਡ ਨਿਮੀਨ, ਜਿਹਦਾ ਮਤਲਬ ਹੈ ਮੈਨੇਜਮੈਂਟ ਆਫ ਹਾਊਸ ਹੋਲਡ। ਇੱਕ ਬੰਦਾ ਆਪਣੇ ਪਰਿਵਾਰ ਨੂੰ, ਆਪਣੇ ਘਰ ਨੂੰ ਕਿੱਦਾਂ ਚਲਾਉਂਦਾ ਹੈ। ਇਹ ਉਸ ਵੇਲੇ ਜਿਹੜਾ ਗ੍ਰੀਕ ਫਿਲੋਸੋਫਰ ਸੀਗਾ ਅਰਿਸਟੋਟਲ ਜਾਂ ਅਰਿਸਤੂ, ਅਸੀਂ ਉਹਦੇ ਸਿਧਾਂਤ ਦੇ ਵਿੱਚੋਂ ਦੀ ਇਹ ਚੀਜ਼ਾਂ ਚੱਕੀਆਂ ਹੋਈਆਂ ਨੇ। ਅੱਜ ਤੱਕ ਵੀ ਅਸੀਂ ਉਹ ਬੇਸਿਕਸ ਜਿਹੜੀਆਂ ਨੇ ਚਾਣਕਿਆ ਔਰ ਅਰਿਸਟੋਟਲ ਨੇ ਜੋ ਕਿਹਾ ਉਹਨਾਂ ਨੂੰ ਲੈ ਕੇ ਚੱਲੇ, ਲੇਕਿਨ ਉਹਦੇ ਵਿੱਚ ਸਮੇਂ-ਸਮੇਂ ਅਨੁਸਾਰ ਚੇਂਜਸ ਹੁੰਦੀਆਂ ਰਹੀਆਂ ਨੇ। ਹੁਣ ਅਸੀਂ ਜ਼ਿਆਦਾਤਰ ਕੇਨਸ ਦੇ ਹਿਸਾਬ ਦੇ ਨਾਲ ਚੱਲਦੇ। ਜੀ ਬਹੁਤ ਵਧੀਆ। ਔਰ ਸਮੇਂ ਦੇ ਮੁਤਾਬਿਕ ਇਕਨੋਮਿਕ ਪਾਲਿਸੀ, ਇਕਨੋਮੀ ਔਰ ਇਕਨੋਮਿਕਸ ਦੇ ਵਿੱਚ ਚੇਂਜ ਆਉਣੀ ਚਾਹੀਦੀ ਹੈ ਕਿਉਂਕਿ ਹਰ ਸਮੇਂ ਦੀ ਆਪਣੀ ਇੱਕ ਰਿਕੁਆਇਰਮੈਂਟ ਹੁੰਦੀ ਹੈ। ਜੇ ਅਸੀਂ ਪੁਰਾਤਨ ਜੋ ਲਿਟਰੇਚਰ ਹੈ ਉਹਨੂੰ ਵੀ ਦੇਖੀਏ ਤਾਂ ਮਾਡਰਨ ਟਾਈਮ ਦੇ ਮੁਤਾਬਿਕ ਉਹਨੂੰ ਕਨਵਰਟ ਕਰਾਂਗੇ, ਉਹਨੂੰ ਮਾਡਰਨ ਟਾਈਮ ਦੇ ਮੁਤਾਬਿਕ ਮੋੜਾਂਗੇ ਤਾਂ ਕਿ ਸਾਡਾ ਅੱਜ ਸਿਸਟਮ ਉਸ ਦਾ ਸਾਥ ਦੇ ਸਕੇ ਔਰ ਉਹ ਸਾਰਾ ਲਿਟਰੇਚਰ ਸਿਸਟਮ ਦਾ ਸਾਥ ਦੇ ਸਕੇ। ਜ਼ਿਆਦਾਤਰ ਲੋਕਾਂ ਨੂੰ ਪੋਲਿਟਿਕਸ ਦੇ ਵਿੱਚ ਇੰਟਰਸਟ ਹੁੰਦਾ ਔਰ ਪੋਲਿਟਿਕਸ ਦੇ ਵਿੱਚ ਇੰਟਰਸਟ ਤੇ ਸਾਰੀ ਦੁਨੀਆ ਵਿੱਚ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਹੈ। ਇਕਨੋਮੀ ਦੇ ਵਿੱਚ ਘੱਟ ਇੰਟਰਸਟ ਹੁੰਦਾ, ਜਦਕਿ ਇਹ ਦੋਵੇਂ ਕੰਪਲੀਮੈਂਟਰੀ ਨੇ। ਜੇ ਤੁਸੀਂ ਪੋਲੀਟੀਕਲ ਲਾਈਫ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਕਨੋਮੀ ਵੀ ਜਾਣਨਾ ਚਾਹੀਦੀ ਹੈ ਔਰ ਜ਼ਰੂਰੀ ਵੀ ਹੈ ਕਿਉਂਕਿ ਇਕਨੋਮੀ ਪੋਲੀਟੀਕਲ ਇਕਨੋਮੀ ਹੈ। पॉलिटिक्स तो बिना इकोनॉमी भी नहीं है क्योंकि हर पार्टी, हर नेता सब पैसा उदा खर्च करता कि अपना वोट बैंक तैयार किया जा सके। सो आम लोगों वास्ते जरूरी है कि वो पॉलिटिक्स के नाल इकोनॉमी नूं भी जानन क्योंकि इकोनॉमी पॉलिटिकल इकोनॉमी है। एम आई राइट राजीव जी? बिल्कुल ठीक है जी। पॉलिटिक्स और इकोनॉमी दे गो हैंड इन हैंड। जे सरकारां ਜਿਹੜੀਆਂ ਨੇ ਉਹਨਾਂ ਦੇ ਆਪਣੇ ਟੀਚੇ ਹੁੰਦੇ ਆ। ਹੁਣ ਕੋਈ ਸਰਕਾਰ ਆਏਗੀ ਉਹ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਉਹਨੂੰ ਪ੍ਰਮੋਟ ਕਰੇਗੀ, ਕੋਈ ਸਰਕਾਰ ਹੈ ਉਹ ਪ੍ਰਾਈਵੇਟਾਈਜੇਸ਼ਨ ਦੇ ਫੇਵਰ ਦੇ ਵਿੱਚ ਨਹੀਂ ਹੋਏਗੀ, ਉਹ ਸੋਸ਼ਲਿਜ਼ਮ ਨੂੰ ਪ੍ਰਮੋਟ ਕਰੇਗੀ। ਅਸੀਂ ਦੇਖਿਆ ਜੋ ਪੁਰਾਣੇ ਸਮੇਂ ਦੇ ਦੌਰਾਨ ਸਾਡੇ ਸਾਹਮਣੇ ਹੈ, ਵੀਅਤਨਾਮ ਦੀ ਸਰਕਾਰ ਸੀਗੀ, ਕਿਊਬਾ ਦੀ ਸਰਕਾਰ ਸੀ, ਰਸ਼ੀਆ ਦੀ ਸਰਕਾਰ, USSR ਸੋਵੀਅਤ ਯੂਨੀਅਨ ਦੀ ਸਰਕਾਰ ਸੀਗੀ, ਇਹ ਪ੍ਰਮੋਟ ਕਰਦੇ ਸਨ ਉਸ ਵੇਲੇ ਸੋਸ਼ਲਿਜ਼ਮ ਨੂੰ। ਉੱਥੇ ਦੀਆਂ ਸਰਕਾਰਾਂ ਨੇ ਸਰਕਾਰੀ ਖੇਤਰ ਜਿਹੜਾ ਹੈ ਜਨਤਕ ਖੇਤਰ ਦੇ ਵਿੱਚ ਸਾਰੇ ਪ੍ਰੋਜੈਕਟਸ ਲਾਏ। ਅਸੀਂ ਵੀ 1990 ਤੋਂ ਪਹਿਲਾਂ
ਇਸੇ ਚੀਜ਼ ਨੂੰ 1991 ਤੱਕ ਅਸੀਂ ਇਸੇ ਜਨਤਕ ਖੇਤਰ ਨੂੰ ਪ੍ਰੈਫਰੈਂਸ ਦਿੰਦੇ ਸਾਂ। ਉਸ ਤੋਂ ਬਾਅਦ ਲੇਕਿਨ ਹੁਣ ਪੋਲਿਟਿਕਸ ਜਾਂ ਪੋਲੀਟੀਕਲ ਰਿਜੀਮ ਚੇਂਜ ਹੋਣ ਦੇ ਨਾਲ, ਲੋਕਾਂ ਦੀ ਸਮਝ ਚੇਂਜ ਹੋਣ ਦੇ ਨਾਲ ਅਸੀਂ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਤੁਰ ਪਏ ਹਾਂ। ਜੀ ਰਾਜੀਵ ਜੀ, ਇਸ ਕਰਕੇ ਹਰ ਚੀਜ਼ ਨੂੰ ਸਮਝੋ, ਚਾਹੇ ਪੋਲਿਟਿਕਸ ਹੈ, ਚਾਹੇ ਇਕਨੋਮੀ ਹੈ, ਇਕਨੋਮਿਕਸ ਹੈ ਜਾਂ ਇਕਨੋਮਿਕ ਪਾਲਿਸੀ ਹੈ, ਹਰ ਚੀਜ਼ ਨੂੰ ਸਮਝ ਕੇ ਤਾਂ ਹੀ ਤੁਸੀਂ ਆਪਣਾ ਵੀ ਫਾਇਦਾ ਕਰ ਸਕਦੇ ਹੋ, ਆਪਣੇ ਪਰਿਵਾਰ ਦਾ ਵੀ ਫਾਇਦਾ ਕਰ ਸਕਦੇ ਹੋ ਔਰ ਆਪਣੇ ਸਮਾਜ ਦਾ ਵੀ ਫਾਇਦਾ ਕਰ ਸਕਦੇ ਹੋ। ਔਰ ਜੇ ਰੇਂਜ ਵਧਾ ਲਵੋ ਤਾਂ ਪੂਰੇ ਦੇਸ਼ ਤੇ ਪੂਰੀ ਦੁਨੀਆ ਦਾ ਵੀ ਫਾਇਦਾ ਕਰ ਸਕਦੇ ਹੋ। ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਇੱਕ ਐਕਟਿਵ ਸਿਟੀਜ਼ਨ ਬਣ ਸਕਦੇ ਹੋ, ਇੱਕ ਸਮਝਦਾਰ ਇਨਸਾਨ ਬਣ ਸਕਦੇ ਹੋ ਜੋ ਆਪਣੀ ਜ਼ਿੰਦਗੀ ਸਮਝਦਾਰੀ ਦੇ ਨਾਲ ਚਲਾ ਸਕਦਾ ਹੈ ਔਰ ਤਰੱਕੀ ਕਰ ਸਕਦਾ ਹੈ। ਥੈਂਕ ਯੂ ਸੋ ਮਚ ਰਾਜੀਵ ਜੀ, ਤੁਸੀਂ ਸਿੰਪਲ ਵਰਜ਼ਨ ਦਿੱਤਾ ਹੈ ਇਕਨੋਮਿਕਸ ਦਾ ਜੋ ਆਮ ਲੋਕਾਂ ਨੂੰ ਸਮਝ ਵੀ ਆਏਗਾ ਔਰ ਆਮ ਲੋਕ ਇਸ ਨੂੰ ਅਪਲਾਈ ਵੀ ਕਰ ਸਕਦੇ ਨੇ। ਥੈਂਕ ਯੂ ਸੋ ਮਚ ਰਾਜੀਵ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਇਸ ਸਬਜੈਕਟ ਦੇ ਉੱਤੇ ਸਾਨੂੰ ਜ਼ਰੂਰ ਇਨਬਾਕਸ ਕਰੋ ਔਰ ਤੁਸੀਂ ਇਕਨੋਮਿਕਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਅਪਣਾ ਰਹੇ ਹੋ ਸਾਨੂੰ ਜ਼ਰੂਰ ਲਿਖੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।